ਅੱਜ ਅਸੀਂ ਇੱਕ ਸਿਆਸੀ ਪੋਸਟਮਾਰਟਮ ਕਰਾਂਗੇ। ਇਹ ਕਹਾਣੀ ਹੈ ਪੰਜਾਬ ਦੇ ਇੱਕ ਅਜਿਹੇ ਸਿਆਸੀ ਗੜ੍ਹ ਦੀ ਜੋ ਦੇਖਦੇ ਹੀ ਦੇਖਦੇ ਟਹਿਡੇਰੀ ਹੋ ਗਿਆ। ਅਸੀਂ ਪੜਤਾਲ ਕਰਾਂਗੇ ਨਾਭਾ ਹਲਕੇ ਦੀ ਤੇ ਸਮਝਾਂਗੇ ਕਿ ਇਸ ਪਤਨ ਪਿੱਛੇ ਅਸਲ ਕਾਰਨ ਕੀ ਸਨ। ਸਾਡੀ ਜਾਂਚ ਦਾ ਕੇਂਦਰ ਹੈ ਨਾਭਾ। ਇਹ ਸਿਰਫ ਪੰਜਾਬ ਦੇ ਨਕਸ਼ੇ ਤੇ ਇੱਕ ਹਲਕਾ ਨਹੀਂ, ਸਗੋਂ ਸਿਆਸਤ ਦਾ ਇੱਕ ਅਜਿਹਾ ਅਖਾੜਾ ਹੈ ਜਿੱਥੇ ਦਹਾਕਿਆਂ ਤੋਂ ਵੱਡੀਆਂ-ਵੱਡੀਆਂ ਸਿਆਸੀ ਖੇਡਾਂ ਖੇਡੀਆਂ ਜਾਂਦੀਆਂ ਰਹੀਆਂ ਨੇ। ਇੱਕ ਇਤਿਹਾਸਿਕ ਸੀਟ। ਤੇ ਫਿਰ ਆਇਆ ਸਾਲ 2022 ਤੇ ਨਾਲ ਆਇਆ ਇੱਕ ਸਿਆਸੀ ਭੂਚਾਲ। ਹਾਰ ਦਾ ਫਰਕ ਸੀ 52,300 ਵੋਟਾਂ ਦਾ। ਸੋਚੋ, ਇਹ ਸਿਰਫ ਕੋਈ ਆਮ ਹਾਰ ਨਹੀਂ ਸੀ, ਇਹ ਇੱਕ ਸਿਆਸੀ ਸੁਨਾਮੀ ਦਾ ਸਪਸ਼ਟ ਸੰਕੇਤ ਸੀ ਜਿਸ ਨੇ ਸਾਰੇ ਸਮੀਕਰਨ ਬਦਲ ਕੇ ਰੱਖ ਦਿੱਤੇ। ਤਾਂ ਫਿਰ ਇਸ ਪੂਰੀ ਕਹਾਣੀ ਦੀ ਤਹਿ ਤੱਕ ਕਿਵੇਂ ਪਹੁੰਚਿਆ ਜਾਵੇ? ਅਸੀਂ ਆਪਣੀ ਪੜਤਾਲ ਨੂੰ 6 ਹਿੱਸਿਆਂ ਵਿੱਚ ਵੰਡਾਂਗੇ। ਪਹਿਲਾਂ ਸਮਝਾਂਗੇ ਕਿ ਇਹ ਕਿਲਾ ਢਹਿ ਕਿਵੇਂ ਗਿਆ, ਫਿਰ ਅੰਕੜਿਆਂ ਦੀ ਗਵਾਹੀ ਦੇਖਾਂਗੇ, ਉਸ ਤੋਂ ਬਾਅਦ ਸਿੱਧਾ ਲੋਕਾਂ ਦੀ ਆਵਾਜ਼ ਸੁਣਾਂਗੇ, ਉਹਨਾਂ ਦੇ ਗਿਲੇ ਸ਼ਿਕਵੇ ਸਮਝਾਂਗੇ, ਫਿਰ ਵਾਪਸੀ ਦੇ ਰਾਹ ਤੇ ਚਰਚਾ ਕਰਾਂਗੇ, ਇੱਕ 90 ਦਿਨਾਂ ਦੀ ਯੋਜਨਾ ਤੇ ਨਜ਼ਰ ਮਾਰਾਂਗੇ ਤੇ ਅਖੀਰ ਵਿੱਚ ਗੱਲ ਕਰਾਂਗੇ ਅਸਲ ਸ਼ਾਸਨ ਦੀ ਜੋ ਵੋਟਾਂ ਤੋਂ ਕਿਤੇ ਵੱਧ ਕੇ। ਚਲੋ ਸ਼ੁਰੂ ਕਰਦੇ ਹਾਂ ਪਹਿਲੇ ਭਾਗ ਨਾਲ, ਨਾਭਾ ਦਾ ਪਤਨ। ਸਭ ਤੋਂ ਵੱਡਾ ਸਵਾਲ ਇਹੀ ਹੈ ਕਿ ਇੱਕ ਮਜ਼ਬੂਤ ਮੰਨਿਆ ਜਾਂਦਾ ਗੜ੍ਹ ਇੰਨੀ ਬੁਰੀ ਤਰ੍ਹਾਂ ਕਿਵੇਂ ਢਹਿ ਗਿਆ। ਇਹ ਕਿਸੇ ਇੱਕ ਉਮੀਦਵਾਰ ਦੀ ਹਾਰ ਨਹੀਂ ਸੀ, ਇਹ ਤਾਂ ਪੂਰੇ ਸਿਸਟਮ ਦੇ ਫੇਲ ਹੋਣ ਦੀ ਕਹਾਣੀ ਹੈ। ਜ਼ਰਾ ਇਹਨਾਂ ਅੰਕੜਿਆਂ ਤੇ ਗੌਰ ਕਰੋ। 2017 ਵਿੱਚ ਕਾਂਗਰਸ ਕੋਲ 43.1% ਵੋਟ ਸ਼ੇਅਰ ਸੀ, ਇੱਕ ਮਜ਼ਬੂਤ ਪਕੜ। ਪਰ ਸਿਰਫ 5 ਸਾਲਾਂ ਵਿੱਚ 2022 ਤੱਕ ਇਹ ਅੰਕੜਾ ਸਿਰਫ 12.78% ਤੇ ਆ ਡਿੱਗਿਆ। ਇਹ ਸਿਰਫ ਗਿਰਾਵਟ ਨਹੀਂ, ਇਹ ਸਿਆਸੀ ਜ਼ਮੀਨ ਦਾ ਪੂਰੀ ਤਰ੍ਹਾਂ ਖਿਸਕ ਜਾਣਾ ਹੈ। ਤਾਂ ਫਿਰ ਇਸ ਜ਼ਬਰਦਸਤ ਗਿਰਾਵਟ ਪਿੱਛੇ ਸੀ ਕੀ? ਸਰੋਤ ਦੋ ਮੁੱਖ ਕਾਰਨਾਂ ਵੱਲ ਇਸ਼ਾਰਾ ਕਰਦੇ ਨੇ। ਪਹਿਲਾ, ਪਿਛਲੇ ਵਿਧਾਇਕ ਤੇ ਲੱਗੇ ਭ੍ਰਸ਼ਟਾਚਾਰ ਦੇ ਗੰਭੀਰ ਦੋਸ਼ ਜਿਨ੍ਹਾਂ ਨੇ ਲੋਕਾਂ ਦਾ ਭਰੋਸਾ ਤੋੜ ਕੇ ਰੱਖ ਦਿੱਤਾ, ਤੇ ਦੂਜਾ, ਜ਼ਮੀਨੀ ਪੱਧਰ ਤੇ ਲੋਕਾਂ ਦੀਆਂ ਬੁਨਿਆਦੀ ਲੋੜਾਂ ਨੂੰ ਪੂਰਾ ਕਰਨ ਵਿੱਚ ਲਗਾਤਾਰ ਅਸਫਲਤਾ। ਚਲੋ ਹੁਣ ਭਾਵਨਾਵਾਂ ਤੋਂ ਹਟ ਕੇ ਠੋਸ ਸਬੂਤਾਂ ਤੇ ਗੱਲ ਕਰੀਏ। ਸਾਡਾ ਦੂਜਾ ਭਾਗ, ਅੰਕੜਿਆਂ ਵਿੱਚ ਸਬੂਤ। ਆਓ ਦੇਖੀਏ ਕਿ ਇਹ ਨੰਬਰ ਸਾਨੂੰ ਅਸਲ ਕਹਾਣੀ ਕੀ ਸੁਣਾਉਂਦੇ ਨੇ। ਇਹ ਟੇਬਲ ਸਭ ਕੁਝ ਸਾਫ਼ ਕਰ ਦਿੰਦਾ ਹੈ। 2012 ਵਿੱਚ ਕਾਂਗਰਸ 52% ਨਾਲ ਸਿਖਰ ਤੇ ਸੀ, 2017 ਵਿੱਚ ਵੀ ਮਜ਼ਬੂਤ ਰਹੀ, ਪਰ 2022 ਚ ਦੇਖੋ 12.87% ਤੇ ਆ ਗਈ। ਤੇ ਇਹ ਵੋਟਾਂ ਗਈਆਂ ਕਿੱਥੇ? ਉਸੇ ਵੇਲੇ ਆਪ ਦਾ ਵੋਟ ਸ਼ੇਅਰ ਲਗਭਗ 30% ਤੋਂ ਛਾਲ ਮਾਰ ਕੇ 57% ਤੋਂ ਉੱਪਰ ਚਲਾ ਗਿਆ। ਇਹ ਵੋਟਰਾਂ ਦਾ ਇੱਕ ਪਾਸਿਓਂ ਦੂਜੇ ਪਾਸੇ ਸਿੱਧਾ ਟ੍ਰਾਂਸਫਰ ਸੀ। ਜਦੋਂ ਅਸੀਂ ਇਹਨਾਂ ਅੰਕੜਿਆਂ ਨੂੰ ਦੇਖਦੇ ਹਾਂ ਤਾਂ ਇਹ ਸਿਰਫ ਨੰਬਰ ਨਹੀਂ ਹਨ, ਇਹ ਲੋਕਾਂ ਦੀ ਆਵਾਜ਼ ਹੈ, ਉਹਨਾਂ ਦੀ ਰਾਏ ਦਾ ਪ੍ਰਗਟਾਵਾ। ਸਾਡੇ ਸੰਵਿਧਾਨ ਦੀ ਭਾਵਨਾ ਵੀ ਇਹੀ ਹੈ ਕਿ ਹਰ ਨਾਗਰਿਕ ਨੂੰ ਆਪਣੀ ਗੱਲ ਰੱਖਣ ਦਾ, ਆਪਣੀ ਸਰਕਾਰ ਚੁਣਨ ਦਾ ਪੂਰਾ ਹੱਕ ਹੈ। ਇਹ ਬਾਰ ਚਾਰਟ ਕਹਾਣੀ ਨੂੰ ਹੋਰ ਵੀ ਸਾਫ਼ ਕਰਦਾ ਹੈ। ਨੀਲਾ ਬਾਰ 2017 ਵਿੱਚ ਕਾਂਗਰਸ ਦੀ ਮਜ਼ਬੂਤੀ, ਤੇ ਫਿਰ 2022 ਵਿੱਚ ਦੇਖੋ ਕਿਵੇਂ ਉਹ ਬਾਰ ਸੁੰਗੜ ਗਿਆ ਤੇ ਆਪ ਦਾ ਬਾਰ ਆਸਮਾਨ ਨੂੰ ਛੂ ਗਿਆ। ਅੰਕੜੇ ਦੱਸਦੇ ਨੇ ਕਿ ਕੀ ਹੋਇਆ ਹੈ, ਪਰ ਅਸਲ ਸਵਾਲ ਤਾਂ ਇਹ ਹੈ ਕਿ ਕਿਉਂ ਹੋਇਆ ਹੈ। ਇਸ ਦੇ ਲਈ ਸਾਨੂੰ ਲੋਕਾਂ ਦੀ ਆਵਾਜ਼ ਸੁਣਨੀ ਪਵੇਗੀ। ਸਾਡਾ ਤੀਜਾ ਭਾਗ ਇਸੇ ਤੇ ਕੇਂਦਰਿਤ ਹੈ। ਜਦੋਂ ਜ਼ਮੀਨ ਤੇ ਲੋਕਾਂ ਨਾਲ ਗੱਲ ਹੋਈ ਤਾਂ ਗੁੱਸੇ ਦੀਆਂ ਕਈ ਪਰਤਾਂ ਸਾਹਮਣੇ ਆਈਆਂ। ਕਿਸਾਨ ਹੜ੍ਹਾਂ ਤੇ ਫਸਲਾਂ ਦੀਆਂ ਕੀਮਤਾਂ ਤੋਂ ਦੁਖੀ ਸੀ, ਨੌਜਵਾਨ ਬੇਰੁਜ਼ਗਾਰੀ ਤੋਂ ਤੰਗ ਸੀ, ਔਰਤਾਂ ਤੇ ਬਜ਼ੁਰਗ ਅਥੂਰੇ ਵਾਅਦਿਆਂ ਤੋਂ ਨਿਰਾਸ਼ ਸਨ, ਤੇ ਇਨ੍ਹਾਂ ਸਭ ਦੇ ਉੱਪਰ ਨਸ਼ਿਆਂ, ਭ੍ਰਸ਼ਟਾਚਾਰ ਤੇ ਟੁੱਟੀਆਂ ਸੜਕਾਂ ਦਾ ਸੰਕਟ ਸੀ। ਇਹ ਸਿਰਫ ਛੋਟੀਆਂ ਸ਼ਿਕਾਇਤਾਂ ਨਹੀਂ, ਇਹ ਇੱਕ ਡੂੰਘੀ ਨਾਰਾਜ਼ਗੀ ਦਾ ਪ੍ਰਗਟਾਵਾ ਸੀ। ਤਾਂ ਵੱਡਾ ਸਵਾਲ ਇਹ ਬਣਦਾ ਹੈ ਕਿ ਲੋਕਾਂ ਦੇ ਇਸੇ ਗੁੱਸੇ ਨੂੰ, ਇਹਨਾਂ ਸ਼ਿਕਾਇਤਾਂ ਨੂੰ ਸਮਝ ਕੇ ਵਾਪਸੀ ਲਈ ਇੱਕ ਠੋਸ ਰਣਨੀਤੀ ਵਿੱਚ ਬਦਲਿਆ ਜਾ ਸਕਦਾ ਹੈ ਕਿ ਹਾਰ ਦੀਆਂ ਜੜ੍ਹਾਂ ਵਿੱਚ ਹੀ ਜਿੱਤ ਦਾ ਰਾਹ ਲੁਕਿਆ ਹੈ? ਤੇ ਇੱਥੋਂ ਹੀ ਸ਼ੁਰੂ ਹੁੰਦਾ ਹੈ ਸਾਡੀ ਪੜਤਾਲ ਦਾ ਹਲਮੁਖੀ ਹਿੱਸਾ। ਭਾਗ 4, ਵਾਪਸੀ ਦਾ ਚਾਰ-ਪੱਖੀ ਮਾਰਕ। ਆਓ ਜਾਣਦੇ ਹਾਂ ਇਸ ਚਤੁਰਮੁਖ ਸਿਧਾਂਤ ਬਾਰੇ। ਇਹ ਚਤੁਰਮੁਖ ਸਿਧਾਂਤ ਭਰੋਸਾ ਦੁਬਾਰਾ ਬਣਾਉਣ ਦਾ ਇੱਕ ਚਾਰ-ਪੱਖੀ ਨਕਸ਼ਾ ਹੈ। ਪਹਿਲਾ, ਚੋਣ ਯਾਨੀ ਸਭ ਤੋਂ ਸਹੀ ਉਮੀਦਵਾਰ। ਦੂਜਾ, ਸੰਗਠਨ ਮਤਲਬ ਜ਼ਮੀਨ ਤੇ ਮਜ਼ਬੂਤ ਟੀਮ। ਤੀਜਾ, ਬਿਰਤਾਂਤ ਯਾਨੀ ਆਪਣੀ ਗੱਲ ਲੋਕਾਂ ਤੱਕ ਸਹੀ ਢੰਗ ਨਾਲ ਪਹੁੰਚਾਉਣਾ। ਤੇ ਚੌਥਾ, ਸਰੋਤ ਭਾਵ ਮੁਹਿੰਮ ਚਲਾਉਣ ਲਈ ਜ਼ਰੂਰੀ ਸਾਧਨ। ਇਹ ਚਾਰੋਂ ਥੰਮ ਮਿਲ ਕੇ ਹੀ ਵਾਪਸੀ ਦੀ ਨੀਂਹ ਰੱਖ ਸਕਦੇ ਨੇ। ਇਸ ਰਣਨੀਤੀ ਦਾ ਸਭ ਤੋਂ ਪਹਿਲਾ ਤੇ ਸਭ ਤੋਂ ਜ਼ਰੂਰੀ ਕਦਮ ਹੈ ਸਹੀ ਉਮੀਦਵਾਰ ਦੀ ਚੋਣ। ਇੱਕ ਅਜਿਹਾ ਚਿਹਰਾ ਜਿਸ ਦਾ ਦਾਮਨ ਸਾਫ਼ ਹੋਵੇ, ਜਿਸ ਦੀਆਂ ਜੜ੍ਹਾਂ ਲੋਕਾਂ ਵਿੱਚ ਹੋਣ, 40 ਤੋਂ 50 ਸਾਲ ਦੀ ਉਮਰ ਦਾ ਹੋਵੇ ਤੇ ਜਿਸ ਕੋਲ ਵਿਕਾਸ ਦਾ ਇੱਕ ਸਪਸ਼ਟ ਵਿਜ਼ਨ ਹੋਵੇ।
ਇਸ ਲੜਾਈ ਵਿੱਚ ਇਮਾਨਦਾਰੀ ਹੀ ਸਭ ਤੋਂ ਵੱਡਾ ਹਥਿਆਰ ਹੈ। ਰਣਨੀਤੀ ਕਾਗਜ਼ਾਂ ਤੇ ਜਿੰਨੀ ਮਰਜ਼ੀ ਚੰਗੀ ਹੋਵੇ, ਅਸਲ ਜੰਗ ਤਾਂ ਜ਼ਮੀਨ ਤੇ ਹੀ ਲੜੀ ਜਾਂਦੀ ਹੈ। ਇਸ ਲਈ 5ਵਾਂ ਭਾਗ 90 ਦਿਨਾਂ ਦੀ ਵਾਪਸੀ ਯੋਜਨਾ ਇਹ ਰਣਨੀਤੀ ਨੂੰ ਅਮਲ ਵਿੱਚ ਬਦਲਣ ਦਾ ਬਲੂਪ੍ਰਿੰਟ ਹੈ। ਇਹ 90 ਦਿਨਾਂ ਦਾ ਕਾਊਂਟਡਾਊਨ ਹੈ। ਪਹਿਲੇ 30 ਦਿਨ ਸਹੀ ਉਮੀਦਵਾਰ ਲੱਭਣ ਤੇ ਲੋਕਾਂ ਦੀਆਂ ਸ਼ਿਕਾਇਤਾਂ ਨੂੰ ਸਮਝਣ ਤੇ ਲੱਗਣਗੇ। ਅਗਲੇ 30 ਦਿਨ ਟੀਮ ਹਰ ਘਰ, ਹਰ ਗਲੀ, ਹਰ ਪਿੰਡ ਤੱਕ ਪਹੁੰਚੇਗੀ। ਫਿਰ 15 ਦਿਨ ਮੀਡੀਆ ਰਾਹੀਂ ਆਪਣੀ ਗੱਲ ਰੱਖਣ ਤੇ ਝੂਠੇ ਪ੍ਰਚਾਰ ਦਾ ਜਵਾਬ ਦੇਣ ਲਈ ਹੋਣਗੇ ਤੇ ਆਖਰੀ 15 ਦਿਨ ਪੂਰੀ ਤਾਕਤ ਵੋਟਰਾਂ ਨੂੰ ਬੂਥ ਤੱਕ ਲਿਆਉਣ ਤੇ ਲਗਾਈ ਜਾਵੇਗੀ। ਤੇ ਇਸ ਪੂਰੀ ਮੁਹਿੰਮ ਦਾ ਕੇਂਦਰੀ ਨਾਰਾ ਕੀ ਹੋਵੇਗਾ? ਇੱਕ ਸਿੱਧਾ ਤੇ ਸਪਸ਼ਟ ਸੁਨੇਹਾ, ਨਾਭਾ ਕੀ ਅਸਲੀ ਸਰਵਿਸ, ਆਪਕਾ ਝੂਠਾ ਵਾਦਾ। ਇਹ ਸਿੱਧੇ ਤੌਰ ਤੇ ਮੌਜੂਦਾ ਸਰਕਾਰ ਦੀਆਂ ਕਥਿਤ ਨਾਕਾਮੀਆਂ ਤੇ ਚੋਟ ਕਰਦਾ ਹੈ। ਪਰ ਕੀ ਸਿਆਸਤ ਸਿਰਫ ਚੋਣਾਂ ਜਿੱਤਣ ਤੱਕ ਹੀ ਸੀਮਿਤ ਹੈ? ਬਿਲਕੁਲ ਨਹੀਂ। ਅਸਲ ਮਕਸਦ ਇਸ ਤੋਂ ਕਿਤੇ ਵੱਡਾ ਹੈ। ਸਾਡਾ ਆਖਰੀ ਭਾਗ ਵੋਟ ਤੋਂ ਪਰੇ ਅਸਲ ਸ਼ਾਸਨ। ਅਸਲ ਸ਼ਾਸਨ ਦਾ ਮਤਲਬ ਸਿਰਫ ਯੋਜਨਾਵਾਂ ਬਣਾਉਣਾ ਨਹੀਂ, ਸਗੋਂ ਯਕੀਨੀ ਬਣਾਉਣਾ ਹੈ ਕਿ ਹਰ ਨਾਗਰਿਕ ਦੀ ਇੱਜ਼ਤ ਬਰਕਰਾਰ ਰਹੇ। ਭਾਰਤ ਦੇ ਨਵੇਂ ਡੇਟਾ ਪ੍ਰੋਟੈਕਸ਼ਨ ਕਾਨੂੰਨ ਦੇ ਤਹਿਤ ਲੋਕਾਂ ਦੀ ਨਿੱਜੀ ਜਾਣਕਾਰੀ ਦੀ ਸੁਰੱਖਿਆ ਅਤੇ ਸਹਿਮਤੀ ਵੀ ਓਨੀ ਹੀ ਜ਼ਰੂਰੀ ਹੈ। ਇਸੇ ਲਈ ਇਹ ਕਥਨ ਸਭ ਕੁਝ ਬਿਆਨ ਕਰਦਾ ਹੈ। ਵਾਪਸੀ ਦੀ ਨੀਂਹ ਭਵਿੱਖ ਦੇ ਵਾਅਦੇ ਨਹੀਂ, ਸਗੋਂ ਅੱਜ ਦੇ ਕੰਮ ਹੁੰਦੇ ਹਨ। ਜੇਕਰ ਤੁਸੀਂ ਇੱਕ ਲੋਕ ਕੇਂਦਰਿਤ ਆਗੂ ਬਣਨਾ ਚਾਹੁੰਦੇ ਹੋ ਅਤੇ ਆਪਣੇ ਹਲਕੇ ਦਾ ਵਿਕਾਸ ਕਰਨਾ ਚਾਹੁੰਦੇ ਹੋ ਤਾਂ blueprintstrategies.ai ਤੇ mgr@blueprintstrategies.ai ਤੇ ਸੰਪਰਕ ਕਰੋ ਜਾਂ 08042041602 ਤੇ ਕਾਲ ਕਰੋ। ਰਾਜਨੀਤੀ ਤੋਂ ਪਰੇ ਇੱਕ ਮਕਸਦ।